जप आद सच जुगाद सच है भी सच नानक होसी भी सच। सोचे सोच न होवई जे सोची लखवार। चुपै चुप न होवई जे लाहरा हाल उतार। भुखया भुख ना उतरी जे बन्ना पुरिया भार। सहज सियाण पालख होए तो एक ना चले नाल। क्यों सचियारा होइए क्यों कूड़े टुटे पाल। हुक्म रजाई चलना नानक लिखिया नाल। धन गुरु नानक देव जी महाराज ਦੀ ਪਹਿਲੀ ਲੰਬੀ ਬਾਣੀ ਦਾ ਨਾਮ ਜਪ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਹਿਲੀ ਬਾਣੀ ਦਾ ਨਾਮ ਜਪ ਹੈ। ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਮੰਗਲਾਚਰਨ ਹੈ। ਜਪਜੀ ਸਾਹਿਬ ਦਾ ਮੰਗਲਾਚਰਨ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਇਹ ਮੰਗਲਾਚਰਨ ਵੱਡੇ ਰੂਪ ਦੇ ਗਾਲਬਨ 33 ਦਫਾ ਆਇਆ ਹੈ ਔਰ ਛੋਟੇ ਰੂਪ ਦੇ ਸੈਂਕੜੇ ਦਫਾ ਆਇਆ ਹੈ। ਭਾਰਤੀ ਧਾਰਮਿਕ ਦੁਨੀਆ ਦੀ ਆਪਣੀ ਇੱਕ ਪਰੰਪਰਾ ਰਹੀ ਹੈ। ਜਦ ਵੀ ਕੋਈ ਰਿਸ਼ੀ ਮੁਨੀ ਆਤਮ ਗਿਆਨੀ ਕਿਸੇ ਧਰਮ ਗ੍ਰੰਥ ਦੀ ਰਚਨਾ ਕਰਦਾ ਸੀ तो मंगलाचरण वो लाजमी करता ਸੀ और अक्सर मंगलाचरण सुरस्ती ਦਾ ही ਹੁੰਦਾ ਸੀ। चली आ रही एक धारणा है कि सिद्धि दाता गणेश है और बुद्धि दाता सुरस्ती है। लिहाजा ये मनोत भारती मन ਵਿੱਚ ਬੜੀ ਗਹਿਰੀ ਹੈ ਕਿ ਸਾਰਾ ਗਿਆਨ ਸੁਰਸਤੀ ਤੋਂ ਆਉਂਦਾ ਹੈ। ਸਾਰੇ ਪਦਾਰਥ ਗਣੇਸ਼ ਤੋਂ ਆਉਂਦੇ ਨੇ। ਗਣੇਸ਼ ਸਿੱਧੀ ਦਾਤਾ ਹੈ, ਸੁਰਸਤੀ ਬੁੱਧੀ ਦਾਤਾ ਹੈ। ਸੰਗੀਤਕਾਰ, ਕਲਾਕਾਰ, ਦਾਰਸ਼ਨਿਕ, ਫਿਲਾਸਫਰ, ਕਵੀ ਲੋਕ ਸੁਰਸਤੀ ਦੀ ਵੰਦਨਾ ਕਰਦੇ ਨੇ। ਪਰ ਕਿਸੇ ਕਾਰਜ ਦੀ ਸਿੱਧੀ ਲਈ, ਮਕਾਨ ਦੀ ਉਸਾਰੀ ਲਈ, ਕਾਰੋਬਾਰ ਦੇ ਚਲਾਉਣ ਲਈ ਅਕਸਰ ਲੋਕ ਗਣੇਸ਼ ਦਾ ਪੂਜਨ ਕਰਦੇ ਨੇ। ਮਨੁੱਖ ਨੂੰ ਦੋ ਹੀ ਚੀਜ਼ਾਂ ਚਾਹੀਦੀਆਂ ਨੇ, ਸਿੱਧ ਔਰ ਬੁੱਧ, ਪਦਾਰਥ ਔਰ ਗਿਆਨ। ਅਗਰ ਪਦਾਰਥ ਪ੍ਰਮਾਤਮਾ ਤੋਂ ਬਿਨਾਂ ਵੀ ਪ੍ਰਾਪਤ ਹੋ ਸਕਦਾ ਹੈ ਤੇ ਗਿਆਨ ਵੀ ਪ੍ਰਮਾਤਮਾ ਤੋਂ ਬਿਨਾਂ ਪ੍ਰਾਪਤ ਹੋ ਸਕਦਾ ਹੈ ਤਾਂ ਫਿਰ ਪ੍ਰਮਾਤਮਾ ਤੋਂ ਕੁਛ ਵੀ ਨਾ ਹੋਇਆ। अगर पूरा दिन किसी दीवे नाल भी हो सकता है तो सूरज की तो लोड़ ही नहीं है। और इसी तरीके दे नाल किसी एक व्यक्ति तो ही, चाहे वह देवता है, पदार्थों की पूर्ति हो सकती है तो परमात्मा की तो फिर लोड़ भी नहीं है। गुरमत का जमाना आया, आपने ऐलानिया किया सिद्ध ते बुद्ध परमात्मा तो प्राप्त होती है। परमात्मा ते ज्ञान इन्हां दोहां दा दाता अकाल पुरख है। तो धन गुरु नानक देव जी महाराज मंगलाचरण भी परमात्मा दा करते हैं। एक ओंकार तो लैके गुरप्रसाद तक ये मंगलाचरण है। परमात्मा दा मंगल है, ईश्वर दा मंगल है। ईश्वर दी उपमा है और सब कुछ का
ਉਹੀ ਦਾਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਇੱਥੇ ਤੱਕ ਕਹਿੰਦੇ ਨੇ, ਮੈਂ ਨਾ ਗਣੇਸ਼ ਹੈ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬ ਹੋ ਨਹੀਂ ਧਿਆਉ, ਕਾਨ ਸੁਨੇ ਪਹਿਚਾਨ ਨ ਤਿਨ ਸਿਉ, ਲਿਵ ਲਾਗੀ ਮੋਰੀ ਪਗ ਇਨਸੋਂ। ਇਹ ਸਾਰੀਆਂ ਦਾਤਾਂ ਉਸੇ ਇੱਕ ਦਾਤੇ ਦੇ ਹੱਥ 'ਚ ਨੇ। ਦਾਤੇ ਦਾਤ ਰਖੀ ਹੱਥ ਆਪਣੇ, ਜਿਸ ਭਾਵੇ ਸੋ ਦੇ। ਗੁਰੂ ਨਾਨਕ ਦੇਵ ਜੀ ਮਹਾਰਾਜ ਐਲਾਨੀਆਂ ਕਹਿੰਦੇ ਨੇ, ਭਾਈ ਰੇ ਮਤ ਕੋਈ ਜਾਣੋ, ਅਵਰ ਕਿਸੀ ਕੇ ਕਿਛ ਹਾਥ ਹੈ, ਸਭ ਕਰੇ ਕਰਾਇਆ, ਜਰਾ ਮਰਾ ਤਾਪ ਸਿਰਤ ਸਾਪ, ਸਭ ਹਰ ਕੇ ਵਸ ਹੈ, ਲਾਗ ਸਕੇ ਨਾ ਬਿਨ ਹਰ ਕੇ ਲਾਇਆ। ਤੋ ਮੰਗਲਾ ਚਰਨ ਅਕਾਲ ਪੁਰਖ ਦਾ ਹੈ, ਪਰਮਾਤਮਾ ਦਾ ਹੈ। ਇਹ ਮੰਗਲਾ ਚਰਨ ਇੱਕ ਓੰਕਾਰ ਤੋਂ ਆਰੰਭ ਹੋ ਕੇ ਪ੍ਰਸਾਦ ਤੇ ਸਮਾਪਤ ਹੁੰਦਾ ਹੈ। ਪ੍ਰਸਾਦ ਤੋਂ ਬਾਅਦ ਦੋ ਡੰਡੀਆਂ ਨੇ, ਦੋ ਡੰਡੀਆਂ ਦਾ, ਦੋ ਲਾਈਨਾਂ ਦਾ, ਦੋ ਲਕੀਰਾਂ ਦਾ। ਇਹ ਮਤਲਬ ਹੈ ਕਿ ਇੱਕ ਸੈਂਟੈਂਸ ਪੂਰਾ ਹੋ ਗਿਆ, ਇੱਕ ਵਾਕ ਪੂਰਾ ਹੋ ਗਿਆ। ਅੱਗੋਂ ਜਪ ਹੈ। ਜਪ ਦੇ ਪਹਿਲੇ ਵੀ ਦੋ ਡੰਡੀਆਂ ਨੇ, ਬਾਅਦ ਵਿੱਚ ਵੀ ਦੋ ਡੰਡੀਆਂ ਨੇ। ਭਾਵ ਜਪ ਨਾ ਉੱਪਰ ਸੰਬੰਧਿਤ ਹੈ ਮੰਗਲਾ ਚਰਨ ਨਾਲ, ਨਾ ਥੱਲੇ, ਸਿਰਫ ਬਾਣੀ ਦਾ ਨਾਮ ਹੈ। ਜੈਸੇ 12 ਮਾਹ ਬਾਣੀ ਦਾ ਨਾਮ ਹੈ, ਸੁਖਮਨੀ ਬਾਣੀ ਦਾ ਨਾਮ ਹੈ। ਸਤਿਕਾਰ ਵਜੋਂ ਅਸੀਂ ਸੁਖਮਨੀ ਸਾਹਿਬ ਕਹਿੰਦੇ ਹਾਂ। ਤੋ ਬਾਣੀ ਦਾ ਨਾਮ ਹੈ ਸੁਖਮਨੀ, ਬਾਣੀ ਦਾ ਨਾਮ ਹੈ ਸਿੱਧ ਗੋਸ਼ਟ, ਪੱਠਾਂ ਦੇ ਸੋਈਏ, ਗਾਥਾ, ਹੁਨੇ ਛੰਦ। ਇਹ ਬਾਣੀਆਂ ਦੇ ਅਲੱਗ-ਅਲੱਗ ਨਾਮ ਨੇ। ਤੋ ਪਹਿਲੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਹਿਲੀ ਬਾਣੀ, ਜੋ ਧੰਨ ਗੁਰੂ ਨਾਨਕ ਦੇ ਕੰਠ ਤੋਂ ਪ੍ਰਗਟ ਹੋਈ, ਉਸ ਬਾਣੀ ਦਾ ਨਾਮ ਜਪ ਹੈ। ਅੱਗੇ ਸ਼ਲੋਕ ਹੈ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਹਨੂੰ ਸ਼ਲੋਕ ਦੇ ਰੂਪ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਕਾਇਦਾ ਸੁਖਮਨੀ ਸਾਹਿਬ ਦੇ ਦਰਜ ਕੀਤਾ ਹੈ। ਸ਼ਲੋਕ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਜੋ ਕਾਵਿ ਸ਼ੈਲੀ ਨੂੰ ਸਮਝਦੇ ਨੇ, ਉਹਨਾਂ ਨੂੰ ਇੱਕਦਮ ਪਤਾ ਚੱਲ ਜਾਂਦਾ ਹੈ ਇਹ ਸ਼ਲੋਕ ਹੈ, ਇਹ ਦੋਹਾ ਹੈ, ਇਹ ਪਦਾ ਹੈ, ਔਰ ਇਹ ਛੰਦ ਹੈ, ਇਹ ਕਵਿਤ ਹੈ, ਇਹ ਸਵਈਆ ਹੈ। जैसे उर्दू फारसी शायरी ਦੇ गज़ल है, नज़म है, कित्ता है, रुबाई है, ਹੂ ਬਹੂ ਇਸੇ ਤਰ੍ਹਾਂ ਸਾਡੇ ਦੇਸ਼ ਦੀ ਕਾਵਿ ਸ਼ੈਲੀ ਵਿੱਚ ਤਰ੍ਹਾਂ ਤਰ੍ਹਾਂ ਦੇ ਪਦੇ ਨੇ, ਔਰ ਬਕਾਇਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਆਏ ਨੇ। ਦੋ ਪਦਾ, ਤਿਪਦਾ, ਚੌਪਦਾ, ਪੰਚਪਦਾ, ਅਸ਼ਟਪਦੀਆਂ ਤੱਕ ਤਰ੍ਹਾਂ ਤਰ੍ਹਾਂ ਦੇ ਛੰਦ ਨੇ, ਦੋਹੇ ਨੇ, ਸ਼ਲੋਕ ਨੇ, ਕਵਿਤ ਨੇ, ਸਵਈਏ ਨੇ, ਪੌੜੀਆਂ ਨੇ। ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਕਵਿਤਾ ਦੇ ਇਹ ਸਾਰੇ ਅੰਗ ਮਿਲਦੇ ਨੇ। ਪਰਮਾਤਮਾ ਮਹਾਨ ਕਲਾਕਾਰ ਹੈ। ਜਦ ਵੀ ਕਿਸੇ ਦੀ ਸੁਰਤ ਉਸ ਪ੍ਰਭੂ ਨਾਲ ਜੁੜਦੀ ਹੈ ਤਾਂ ਉਹ ਵੀ ਮਹਾਨ ਕਲਾਕਾਰ ਹੋ ਜਾਂਦਾ ਹੈ। ਸੰਗੀਤ ਉਸ ਦੀਆਂ ਗਹਿਰਾਈਆਂ ਚੋਂ ਨਿਕਲਦਾ ਹੈ, ਕਵਿਤਾ ਉਸ ਦੇ ਰੋਮ ਰੋਮ ਦੇ ਚੋਂ ਨਿਕਲਦੀ ਹੈ, ਗਿਆਨ ਉਸ ਦੇ ਹਰ ਬੋਲ ਦੇ ਚ ਆਉਂਦਾ ਹੈ, ਨਾਮ ਰਸ ਉਸ ਦੇ ਰੋਮ ਰੋਮ ਦੇ ਚ ਆਉਂਦਾ ਹੈ। ਤੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਪਹਿਲੀ ਬਾਣੀ ਆਪਣੇ ਕੰਠ ਤੋਂ ਉਚਾਰਨ ਕਰਦੇ ਨੇ, ਉਸ ਦਾ ਨਾਮ ਜਪ ਹੈ। ਸ਼ਲੋਕ ਇਹ ਜਪਜੀ ਸਾਹਿਬ ਦਾ ਪਹਿਲਾ ਸ਼ਲੋਕ ਹੈ। ਇੱਕ ਅਖੀਰ ਦੇ, ਇੱਕ ਪਹਿਲੇ। ਅਖੀਰਲੇ ਸ਼ਲੋਕ ਦੇ ਉੱਤੇ ਲਿਖਤੀ ਹੈ ਸ਼ਲੋਕ, ਪਹਿਲੇ ਸ਼ਲੋਕ ਦੇ ਉੱਤੇ ਲਿਖਤੀ ਨਹੀਂ ਹੈ। ਲੇਕਿਨ ਕਵਿਤਾ ਨੂੰ ਸਮਝਣ ਵਾਲੇ ਇੱਕਦਮ ਸਮਝਦੇ ਨੇ ਇਹ ਸ਼ਲੋਕ ਹੈ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸੰਸਕ੍ਰਿਤ ਦਾ ਜੋ ਸੱਤ ਹੈ, ਪੰਜਾਬੀ ਵਿੱਚ ਉਹ ਸੱਚ ਆਖਿਆ ਜਾਂਦਾ ਹੈ, ਉਰਦੂ ਵਿੱਚ ਉਹ ਸੱਚ ਆਖਿਆ ਜਾਂਦਾ ਹੈ। ਉਸ ਈਸ਼ਵਰ ਨੂੰ
ਭਾਰਤ ਦੇ ਮਨੀਸ਼ ਨੇ ਸਤ ਕਰਕੇ ਆਖਿਆ, ਉਹ ਸਤ ਹੈ, ਸਦੀਵੀ ਹੈ। ਇਸ ਵਾਸਤੇ ਜਿੱਥੇ ਬੈਠ ਕੇ ਉਸ ਪਰਮਾਤਮਾ ਦੀ ਵਿਚਾਰ ਹੋਵੇ, ਕੀਰਤਨ ਹੋਵੇ, ਅਸੀਂ ਉਸ ਨੂੰ ਸਤਸੰਗ ਕਹਿੰਦੇ ਹਾਂ। ਉਹਨਾਂ ਪੁਰਖਾਂ ਦਾ ਇਕੱਠ ਜੋ ਸਤ ਦੀ ਸੰਗਤ ਕਰਨ ਆਏ ਨੇ, ਸਤ ਨਾਲ ਸੰਗ ਕਰਨਾ ਚਾਹੁੰਦੇ ਨੇ। ਸਤ ਈਸ਼ਵਰ ਆਦ ਸੱਚ, ਉਹ ਆਦਿ ਹੈ, ਸੰਸਾਰ ਦਾ ਆਦ ਹੈ, ਜਗਤ ਦਾ ਆਦ ਹੈ। ਉਹ ਮੂਲ ਹੈ, ਉਹ ਜੋ ਸੱਚ ਹੈ, ਆਦਿ ਹੈ। ਜੁਗਾਦ ਸੱਚ, ਉਸ ਸਮੇਂ ਤੋਂ ਵੀ ਪਹਿਲੇ, ਅਜੇ ਯੁਗਾਂ ਦੀ ਬਣਤਰ ਆਰੰਭ ਨਹੀਂ ਹੋਈ ਸੀ, ਅਜੇ ਸਮੇਂ ਦੀ ਧਾਰਾ ਨਹੀਂ ਚੱਲੀ ਸੀ। ਉਹ ਸੱਚ ਉਦੋਂ ਵੀ ਸੀ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਹੁਣ ਵਰਤਮਾਨ ਦੇ 'ਚ ਵੀ ਉਹੀ ਹੈ। ਨਾਨਕ ਹੋਸੀ ਵੀ ਸੱਚ, ਅਗਾਂ ਭਵਿਸ਼ ਦੇ 'ਚ ਵੀ ਉਹੀ ਹੋਵੇਗਾ, ਉਹੀ ਸੱਚ ਹੋਵੇਗਾ। ਉਹ ਸਦੀਵੀ ਹੈ, ਅਨਾਦਿ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸ਼ਲੋਕ ਦੇ ਵਿੱਚ ਦੱਸਦੇ ਨੇ, ਸੱਚ ਅਨਾਦਿ ਹੈ, ਈਸ਼ਵਰ ਅਨਾਦਿ ਹੈ। ਉਸਦੇ ਆਦ ਅੰਤ ਦਾ ਕੋਈ ਪਤਾ ਨਹੀਂ, ਕੋਈ न जाने तेरा केता केवड़ चीरा। तेरा चोला किन्ना क वड्डा है, तू कित्थों शुरू होना है, कित्थे खत्म होना है, ये कोई भी नहीं जानता, कोई भी नहीं जानता। ऐसा जिहड़ा सच है उसनूं किवें प्राप्त करिए? सच होए बिना सच की प्राप्ति नहीं। सजाती मेल होंदा है। पानी दे विच पानी मिलाया जा सकता है, पानी ते तेल का कोई मेल नहीं है। सुगंध विच सुगंध मिलाई जा सकती है, सुगंध ते दुर्गंध का कोई मेल नहीं। प्रकाश दे विच होर प्रकाश किया जा सकता है, प्रकाश ते अंधकार का कोई मेल नहीं। सचियार होए बिना सच की प्राप्ति नहीं हो सकती। तो किस तरह सचियार होइए? क्यों सचियारा होइए, क्यों कूड़े टुटे पाल। ये कूड़ दी पाल किस तरह टुटे और सचियार किवें होइए? इसका जवाब भी गुरु नानक देव जी महाराज ने दिता है कि अज तक सचियार होने दे जो साधन भारत के ऋषि मुनिया ने अपनाए, धन गुरु नानक देव जी महाराज बकायदा उन्हां दा भी जिक्र करते हैं। सच की प्राप्ति क्यों नहीं हो रही? प्रथम भारत के मनीष का यह कहना है, मन मैला है, इस करके सच की प्राप्ति नहीं। दूसरा, मन चुप नहीं करता, ये सुनता ही नहीं, ये श्रोता बनता ही नहीं, बोली जाता है, बोली जाता है, बोली जाता है। तीसरा, मन कदी तृप्त नहीं होता, रजदा ही नहीं। और चौथा, मन इको ही गलती बार बार करता है, बार बार करता है, बार बार करता है। ये कारण सामने आए कि सच की प्राप्ति क्यों नहीं? मन मैला है, मन चुप नहीं करता, मन तृप्त नहीं होता, और मन इको ही गलती बार बार करी जाता है, बार बार करी जाता है। तो इसका जो समाधान लभ्या, भारत के ऋषि मुनिया ने तीर्थां दे इशनान नाल मन की मैल धुल जाएगी। पर प्रथम सवाल पैदा होता है, मन की मैल की है? मैल ये पाप मनते ने, ते पाप 10 मनते ने। 3 पाप मन दे, 3 पाप तन दे, 4 पाप बाणी दे, रसना दे। मिथ्या बोलना, फिक्का बोलना, कौड़ा बोलना और व्यर्थ बोलना, ये बाणी दे 4 दोख मन्ने गए, पाप मन्ने गए। फिक्का बोलना, कौड़ा बोलना, मिथ्या बोलना, व्यर्थ बोलना। मन दे 3 पाप ये मन्ने गए
ਕਿਸੇ ਦੇ ਤਨ ਬਾਰੇ ਬੁਰਾ ਸੋਚਣਾ, ਕਿਸੇ ਦੇ ਧਨ ਬਾਰੇ ਬੁਰਾ ਸੋਚਣਾ, ਔਰ ਕਿਸੇ ਦੇ ਮਾਲ ਅਸਬਾਬ ਬਾਰੇ ਬੁਰਾ ਸੋਚਣਾ, ਕਿਸੇ ਦੇ ਧਨ ਨੂੰ ਖੋਣ ਦੀ ਇੱਛਾ, ਕਿਸੇ ਦੀ ਇੱਜ਼ਤ ਨੂੰ ਲੁੱਟਣ ਦੀ ਇੱਛਾ, ਔਰ ਕਿਸੇ ਦੀ ਜਾਨ ਨੂੰ ਖੋਣ ਦੀ ਇੱਛਾ, ਐਸੀ ਜਿਹੜੀ ਸੋਚਣੀ ਹੈ ਇਹ ਮਨ ਦਾ ਪਾਪ ਹੈ। ਪਰ ਕਿਸੇ ਦਾ ਧਨ ਖੋ ਲੈਣਾ, ਕਿਸੇ ਦੀ ਜਾਨ ਖੋ ਲੈਣੀ, ਕਿਸੇ ਦੀ ਇੱਜ਼ਤ ਖੋ ਲੈਣੀ, ਇਹ ਤਿੰਨ ਪਾਪ ਤਨ ਦੇ ਨੇ, ਤਿੰਨ ਪਾਪ ਮਨ ਦੇ ਨੇ, ਚਾਰ ਪਾਪ ਜ਼ਬਾਨ ਦੇ ਨੇ। ਜੀਵਨ ਭਰ ਚੁੱਕੇ ਪਾਪ ਰਿਪੀਟ ਹੁੰਦੇ ਰਹਿੰਦੇ ਨੇ, ਦੁਹਰਾਏ ਜਾਂਦੇ ਨੇ ਬਾਰ-ਬਾਰ, ਤਾਂ ਇਹ ਲੱਖਾਂ ਕਰੋੜਾਂ ਪਾਪ ਹੋ ਜਾਂਦੇ ਨੇ। ਕਿਉਂਕਿ ਮਨੁੱਖ ਮਿੱਥਿਆ ਇੱਕ ਦਫਾ ਨਹੀਂ ਬੋਲਦਾ, ਰੋਜ਼-ਰੋਜ਼ ਬੋਲਦਾ ਹੈ। ਮਨੁੱਖ ਕੋੜਾ ਇੱਕ ਦਿਨ ਨਹੀਂ ਬੋਲਦਾ, ਜੀਵਨ ਭਰ ਬੋਲਦਾ ਹੈ। ਮਨੁੱਖ ਵਿਅਰਥ ਵੀ ਸਾਰੀ ਜ਼ਿੰਦਗੀ ਬੋਲਦਾ ਹੈ, ਔਰ ਮਨੁੱਖ ਫਿੱਕਾ ਵੀ ਸਾਰੀ ਜ਼ਿੰਦਗੀ ਬੋਲਦਾ ਹੈ। ਇਸੇ ਤਰੀਕੇ ਨਾਲ ਮਨ ਤੇ ਤਨ ਦੇ ਤਲ ਤੇ ਵੀ ਇਹ ਪਾਪ ਦੁਹਰਾਏ ਜਾਂਦੇ ਨੇ। ਤਾਂ ਇਹ ਲੱਖਾਂ ਕਰੋੜਾਂ ਬਣ ਜਾਂਦੇ ਨੇ। ਕਿਉਂਕਿ ਮਨ ਦੇ ਤਲ ਦੇ ਇਹ ਪਾਪ ਸਮਾਜ ਤੇ ਕਾਨੂੰਨ ਦੀ ਪਕੜ ਤੋਂ ਵੀ ਬਾਹਰ ਆਉਂਦੇ ਨੇ। ਇਸ ਵਾਸਤੇ ਮਨ ਦੇ ਦੋਖ ਵੱਧਦੇ ਹੀ ਜਾਂਦੇ ਨੇ, ਵੱਧਦੇ ਹੀ ਜਾਂਦੇ ਨੇ। ਮਨ ਬੁਰਾ ਸੋਚੀ ਜਾਂਦਾ ਹੈ, ਕਿਸੇ ਦੀ ਜਾਨ ਬਾਰੇ, ਕਿਸੇ ਦੀ ਇੱਜ਼ਤ ਬਾਰੇ, ਔਰ ਕਿਸੇ ਦੀ ਧਨ ਤੇ ਸੰਪਦਾ ਬਾਰੇ। ਤੋ ਇਸ ਤਰ੍ਹਾਂ ਇਹ 10 ਦੋਖ ਨੇ। ਐਸਾ ਖਿਆਲ ਸੀ ਭਾਰਤ ਦੇ ਮਨੀਸ਼ ਦਾ ਕਿ ਤੀਰਥਾਂ ਦੇ ਇਸ਼ਨਾਨ ਕਰਨ ਦੇ ਨਾਲ ਇਹ 10 ਪਾਪ ਧੁੱਲ ਜਾਂਦੇ ਨੇ। ਬਕਾਇਦਾ ਐਲਾਨੀਆ ਐਸਾ ਆਖਿਆ ਜਾਂਦਾ ਸੀ, ਕੁੰਭ ਦੇ ਇਸ਼ਨਾਨ ਨਾਲ, ਕੁੰਭੀ ਦੇ ਇਸ਼ਨਾਨ ਨਾਲ, ਮਾਘ ਦੇ ਇਸ਼ਨਾਨ ਨਾਲ, ਮਾਘੀ ਦੇ ਇਸ਼ਨਾਨ ਨਾਲ, 68 ਤੀਰਥਾਂ ਦੇ ਇਸ਼ਨਾਨ ਨਾਲ ਇਹ 10 ਪਾਪ ਧੁੱਲ ਜਾਂਦੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਸੋਚ ਹੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਜੇ ਲੱਖਾਂ ਦਫਾ ਵੀ ਤੀਰਥਾਂ ਦਾ ਇਸ਼ਨਾਨ ਕੀਤਾ ਜਾਏ ਔਰ ਦਿਨ ਰਾਤ ਕੀਤਾ ਜਾਏ, ਸੋਚ ਕਰੇ ਦਿਨ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਇਸ ਤਰ੍ਹਾਂ ਦੇ ਇਸ਼ਨਾਨ ਕਰਨ ਦੇ ਨਾਲ ਮਨ ਦੇ ਜੋ ਬੁਰਾਈਆਂ ਚੱਲਦੀਆਂ ਨੇ, ਜੋ ਪਾਪ ਚੱਲਦੇ ਨੇ, ਇਹ ਨਹੀਂ ਧੁੱਲਦੇ। ਮਨ ਬੁਰਾ ਸੋਚਦਾ ਹੀ ਰਹਿੰਦਾ ਹੈ, ਬਲਕਿ ਇਸ਼ਨਾਨ ਕਰਦਿਆਂ ਵੀ ਸੋਚਦਾ ਰਹਿੰਦਾ ਹੈ, ਤੀਰਥਾਂ ਤੇ ਵੀ ਸੋਚਦਾ ਰਹਿੰਦਾ ਹੈ, ਔਰ ਬੜੇ ਬੜੇ ਠੱਗ ਤੀਰਥਾਂ ਤੇ ਵੀ ਰਹਿੰਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਬੜਾ ਕੀਮਤੀ ਵਾਕ, ਤੀਰਥ ਨਾਮਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ, ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ, 10 ਪੁਰਬ ਸਦਾ ਦਸਾਹਰਾ। 10 ਪੁਰਬ ਸਦਾ ਦਸਾਹਰਾ, ਇਹ ਜੋ 10 ਪੁਰਬ ਨੇ, ਚੰਦਰਮਾ ਤੇ ਸੂਰਜ ਦੇ ਸੰਗਰਾਂਦ ਹੈ, ਸੂਰੀਏ ਗ੍ਰਹਿਣ ਹੈ, ਇਤਵਾਰ ਚਾਨਣਾ ਹੈ, ਮਸਿਆ ਹੈ, ਪੁਨਿਆ ਹੈ, ਏਕਮ ਥਿਤ ਹੈ, ਇਤਿਆਦਿਕ। ਇਹ ਜੋ 10 ਪੁਰਬ ਨੇ, ਇਹਨਾਂ ਦੇ ਇਸ਼ਨਾਨ ਕਰਨ ਨਾਲ, ਤੀਰਥਾਂ ਤੇ ਇਸ਼ਨਾਨ ਕਰਨ ਨਾਲ 10 ਪਾਪ ਧੁੱਲ ਜਾਂਦੇ ਨੇ। ਸਾਹਿਬ ਕਹਿੰਦੇ ਨੇ, ਗੁਰੂ ਗਿਆਨ ਸਾਚਾ ਥਾਨ ਤੀਰਥ, 10 ਪੁਰਬ ਸਦਾ ਦਸਾਹਰਾ। ਗੁਰੂ ਦਾ ਗਿਆਨ ਤੇ ਪ੍ਰਭੂ ਦਾ ਨਾਮ ਹੀ ਸੱਚਾ ਤੀਰਥ ਹੈ, ਔਰ ਇਹੀ 10 ਪੁਰਬ ਨੇ, ਔਰ ਇਸੇ ਨਾਲ ਹੀ ਪਾਪ ਧੁੱਲਦੇ ਨੇ, 10 ਦੋਖ ਧੁੱਲਦੇ ਨੇ। ਮਨ ਬੁਰਾ ਸੋਚਣੋਂ ਹਟ ਜਾਂਦਾ ਹੈ, ਤਨ ਬੁਰਾ ਕਰਦਾ ਨਹੀਂ, ਔਰ ਰਸਨਾ ਤੋਂ ਮਿੱਠੇ ਹੀ ਬੋਲ ਨਿਕਲਦੇ ਨੇ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਤੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਤੀਰਥਾਂ ਦੇ ਇਸ਼ਨਾਨ ਕਰਨ ਨਾਲ ਪਾਪਾਂ ਦੀ ਮੈਲ ਮਨ ਤੋਂ ਨਹੀਂ ਧੁੱਲਦੀ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਦੂਸਰਾ ਸਾਧਨ ਇਹ ਅਪਣਾਇਆ ਗਿਆ ਮਨ ਨੂੰ ਚੁੱਪ ਕਰਾਉਣ ਦਾ, ਵੀ ਰਸਨਾ ਨਾਲ ਵੀ ਚੁੱਪ ਕਰ ਜਾਈਏ, ਮੌਨ ਧਾਰਨ ਕਰ ਲਈਏ। ਆਖਿਰ ਇੱਕ ਦਿਨ
मन भी चुप कर जाएगा। तो गुरु नानक देव जी महाराज कहते हैं, चुप है चुप ना हो वही, जे लाए रहा लिवतार। जे लंबा भी मौन धारण कर लईए ਤਾਂ ਵੀ ਮਨ ਚੁੱਪ ਨਹੀਂ ਕਰਦਾ। ਔਰ ਧਰਮ ਦੀ ਸਾਰੀ ਸਾਧਨਾ ਮਨ ਨੂੰ ਚੁੱਪ ਕਰਾਉਣ ਵਾਸਤੇ, ਜਿਸ ਦਿਨ ਮਨ ਚੁੱਪ ਕਰਦਾ ਹੈ, ਬ੍ਰਹਿਮੰਡ ਦੇ ਵਿੱਚ ਪ੍ਰਭੂ ਦਾ ਨਾਦ ਸੁਣਾਈ ਦਿੰਦਾ ਹੈ, ਠਾਕੁਰ ਹਮਰਾ ਸਦ ਬੋਲੰਤਾ। ਪਰ ਸੁਣਾਈ ਤਾਂ ਦੇਵੇ ਚੁੱਪ ਕਰੇ, ਮਨ ਚੁੱਪ ਨਹੀਂ ਕਰਦਾ। ਮਨ ਚੁੱਪ ਕਰ ਸਕੇ ਇਹਦੇ ਲਈ ਸਾਧਨਾ ਜੋ ਪੁਰਾਣੀ ਜੁਟਾਈ ਗਈ, ਵੀ ਮਨੁੱਖ ਮੌਨ ਧਾਰਨ ਕਰ ਲਵੇ, ਜ਼ਬਾਨ ਨਾਲ ਵੀ ਨਾ ਬੋਲੇ, ਤੇ ਇੱਕ ਦਿਨ ਮਨ ਚੁੱਪ ਕਰ ਜਾਏਗਾ। ਸਾਹਿਬ ਕਹਿੰਦੇ ਨਹੀਂ, ਚੁੱਪ ਹੈ ਚੁੱਪ ਨਾ ਹੋਵਈ, ਜੇ ਲਾਹ ਰਹਾ ਲਿਵਤਾਰ। ਲੰਬਾ ਮੌਨ ਇੱਕ ਲਿਵਤਾਰ ਧਾਰਨ ਕਰੀਏ ਤਾਂ ਵੀ ਮਨ ਚੁੱਪ ਨਹੀਂ ਕਰਦਾ। ਮਨ ਬੋਲੀ ਜਾਂਦਾ ਹੈ, ਮਨ ਬੋਲੀ ਜਾਂਦਾ ਹੈ, ਮਨ ਬੋਲੀ ਜਾਂਦਾ ਹੈ। ਤੀਸਰੀ ਸਮੱਸਿਆ ਇਹ ਹੈ, ਮਨ ਤ੍ਰਿਪਤ ਹੀ ਨਹੀਂ ਆਉਂਦਾ। ਨਾ ਲੱਖਾਂ ਤੋਂ ਤ੍ਰਿਪਤ ਆਉਂਦਾ, ਨਾ ਕਰੋੜਾਂ ਤੋਂ, ਨਾ ਅਰਬਾਂ ਖਰਬਾਂ ਤੋਂ। ਸਹਿਸ ਖਟੇ ਲਖ ਕੋ ਉਠਦਾ ਆਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਮਨ ਦਾ ਸੁਭਾਅ ਹੀ ਨਹੀਂ ਹੈ ਤ੍ਰਿਪਤ ਹੋਣਾ। ਤੋ ਇਹਦੀ ਤ੍ਰਿਪਤੀ ਲਈ ਇੱਕ ਤੌਰ ਤਰੀਕਾ ਆਰੰਭ ਹੋਇਆ ਸੀ। ਮਨ ਪਹਿਲੀ ਅਵਸਥਾ ਜੋ ਕੁਛ ਮੰਗਦਾ ਹੈ ਦਿਓ। ਤੋ ਕਿਧਰੇ ਮਨ ਵਿੱਚ ਇਹ ਭਾਵਨਾ ਨਾ ਆਵੇ ਤੇ ਪਾਪ ਹੈ, ਤੇ ਇਹ ਸਭ ਕੁਛ ਮੰਦਰਾਂ ਵਿੱਚ ਕਰੋ। ਮੰਦਰ ਦੇਵਦਾਸੀਆਂ ਦੇ ਅਖਾੜੇ ਬਣ ਗਏ, ਮੰਦਿਰ ਸ਼ਰਾਬ ਤੇ ਕਬਾਬ ਦੇ ਅਖਾੜੇ ਬਣ ਗਏ, ਦੁਰਾਚਾਰ ਦੇ ਅੱਡੇ ਬਣ ਗਏ। ਇਹ ਸਭ ਕੁਝ ਕਰੋ ਜੋ ਮਨ ਮੰਗਦਾ ਹੈ। ਇੱਕ ਦਿਨ ਮਨ ਰੱਜ ਜਾਏਗਾ, ਔਰ ਰਜਿਆ ਹੋਇਆ ਮਨ ਹੀ ਪ੍ਰਭੂ ਚਿੰਤਨ ਕਰ ਸਕਦਾ ਹੈ, ਉਂਝ ਨਹੀਂ। ਗੁਰੂ ਨਾਨਕ ਇਸ ਦਾ ਉੱਤਰ ਦਿੰਦੇ ਨੇ, ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਅਨੰਤ ਪੁਰੀਆਂ ਦੇ ਪਦਾਰਥਾਂ ਦੇ ਭਾਰ ਵੀ ਪ੍ਰਾਪਤ ਹੋ ਜਾਣ ਤਾਂ ਵੀ ਮਨ ਤ੍ਰਿਪਤ ਨਹੀਂ ਹੁੰਦਾ। ਪਦਾਰਥਾਂ ਨਾਲ ਮਨ ਤ੍ਰਿਪਤ ਹੋ ਸਕੇ, ਮਨ ਦਾ ਐਸਾ ਸੁਭਾਅ ਹੀ ਨਹੀਂ ਹੈ, ਮਨ ਤ੍ਰਿਪਤ ਨਹੀਂ ਹੁੰਦਾ। ਚੌਥੀ ਸਮੱਸਿਆ ਇਹ ਸੀ ਕਿ ਮਨ ਇੱਕੋ ਹੀ ਗਲਤੀ ਬਾਰ-ਬਾਰ ਕਰੀ ਜਾਂਦਾ ਹੈ, ਬਾਰ-ਬਾਰ ਕਰੀ ਜਾਂਦਾ ਹੈ, ਜੀਵਨ ਭਰ ਕਰੀ ਜਾਂਦਾ ਹੈ। ਇਸ ਦਾ ਇਲਾਜ ਇਹ ਲੱਭਿਆ ਗਿਆ, ਸ਼ਾਸਤਰਾਂ ਦਾ ਅਧਿਐਨ, ਵੇਦਾਂ ਦਾ ਪਾਠ, ਧਰਮ ਗ੍ਰੰਥਾਂ ਦੀ ਸੂਝ-ਬੂਝ, ਅਰਥ ਬੋਧ, ਇਹ ਸਾਰੀ ਸਿਆਣਪ, ਹਰ ਤਰ੍ਹਾਂ ਦੀ ਵਿਦਿਆ ਇਕੱਠੀ ਕੀਤੀ ਜਾਏ ਤਾਂ ਇੱਕ ਦਿਨ ਮਨ ਗਲਤੀਆਂ ਤੋਂ ਰਹਿ ਜਾਂਦਾ ਹੈ, ਭਾਵ ਭੁੱਲਣਾ ਨਹੀਂ ਕਰਦਾ। ਸਾਹਿਬ ਕਹਿੰਦੇ ਨੇ, ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇਸ ਤਰ੍ਹਾਂ ਦੀ ਵਿਦਿਆ, ਇਸ ਤਰ੍ਹਾਂ ਦੀ ਸਿਆਣਪ ਇੱਕ ਨਹੀਂ, ਲੱਖਾਂ ਤਰ੍ਹਾਂ ਦੀ ਇਕੱਠੀ ਕੀਤੀ ਜਾਏ। ਜਦ ਕਿ ਕਹਿੰਦੇ ਨੇ ਵਿਦਿਆ 64 ਪ੍ਰਕਾਰ ਦੀ ਹੈ, ਮਹਾਰਾਜ ਕਹਿੰਦੇ ਲੱਖਾਂ ਤਰ੍ਹਾਂ ਦੀ ਕੀਤੀ ਜਾਏ। ਦਾਰਸ਼ਨਿਕ ਬਣ ਜਾਏ ਮਨੁੱਖ, ਕਵੀ ਬਣ ਜਾਏ, ਸੰਗੀਤਕਾਰ ਬਣ ਜਾਏ, ਫਿਲਾਸਫਰ ਬਣ ਜਾਏ, ਮਹਾਗਿਆਨੀ ਬਣ ਜਾਏ, ਬਹੁਤ ਸੂਝਵਾਨ ਬਣ ਜਾਏ, ਮਹਾਨ ਵਿਗਿਆਨਕ ਬਣ ਜਾਏ, ਤਾਂ ਵੀ ਮਨ ਭੁੱਲਣਾ ਤੋਂ ਬਾਸ ਨਹੀਂ ਆਉਂਦਾ। ਬੁਰਾ ਸੋਚੀ ਜਾਂਦਾ ਹੈ, ਸੋਚੀ ਜਾਂਦਾ ਹੈ, ਸੋਚੀ ਜਾਂਦਾ ਹੈ। ਇਸ ਤਰ੍ਹਾਂ ਮਨ ਗਲਤੀਆਂ ਤੋਂ ਬਾਸ ਨਹੀਂ ਆਉਂਦਾ। ਸਹਿਜ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਪ੍ਰਾਚੀਨ ਜੋ ਸਾਧਨ ਅਪਣਾਏ ਗਏ, ਧੰਨ ਗੁਰੂ ਨਾਨਕ ਉਸ ਨਾਲ ਸਹਿਮਤ ਨਹੀਂ ਹੋਏ, ਔਰ ਗੁਰਮਤ ਇੱਥੋਂ ਨਿਆਰੀ ਹੋਈ। ਸਤਿਗੁਰ ਆਪ ਪ੍ਰਸ਼ਨ ਖੜਾ ਕਰਦੇ ਨੇ, ਕਿਉਂ ਸਚਿਆਰਾ ਹੋਈਏ, ਕਿਉਂ ਕੂੜੈ ਟੁੱਟੇ ਪਾਲ। ਫਿਰ ਕਿਸ ਤਰ੍ਹਾਂ ਸਚਿਆਰ ਬਣੀਏ, ਤੇ ਇਹ ਕੂੜ ਦੀ ਕੰਧ ਕਿਸ ਤਰ੍ਹਾਂ ਟੁੱਟੇ। ਮਹਾਰਾਜ ਕਹਿੰਦੇ ਨੇ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮ ਦੀ ਰਜ਼ਾ ਵਿੱਚ ਚੱਲਣਾ, ਹੁਕਮ ਨੂੰ ਮੰਨਣਾ, ਬਸ ਇਸ ਨਾਲ ਹੀ ਮਨ ਨਿਰਮਲ ਹੋ ਜਾਂਦਾ ਹੈ, ਮਨ ਚੁੱਪ ਕਰ ਜਾਂਦਾ ਹੈ, ਮਨ ਤ੍ਰਿਪਤ ਹੋ ਜਾਂਦਾ ਹੈ, ਔਰ ਮਨ ਇੱਕੋ ਹੀ ਗਲਤੀ ਬਾਰ-ਬਾਰ ਨਹੀਂ ਕਰਦਾ। ਤਾਂ ਇੱਕ ਪ੍ਰਸ਼ਨ ਖੜਾ ਹੋਵੇਗਾ, ਹੁਕਮ ਕੀ ਹੈ? ਹੁਕਮ ਨੂੰ ਸਮਝਣਾ ਪਏਗਾ। ਜਪਜੀ ਸਾਹਿਬ ਦੀਆਂ 3 ਪੌੜੀਆਂ ਦੇ ਹੁਕਮ ਦੀ ਵਿਚਾਰ ਹੈ। ਪਹਿਲੀ ਪੌੜੀ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਇਹ ਜਪਜੀ ਸਾਹਿਬ ਦੀ ਪਹਿਲੀ ਪੌੜੀ। ਦੂਸਰੀ ਪੌੜੀ,
हुक्मे अंदर सबको, बाहर हुक्म ना कोय। नानक हुक्मे जे बुझे, ताहों में कहे न खोए। तीसरी पौड़ी, हुक्मे हुक्म चलाए राहो, नानक विकसे वे परवाहो। ਤਿੰਨਾਂ ਪੌੜੀਆਂ ਦੇ ਹੁਕਮ ਦੀ ਵਿਚਾਰ। ਪਹਿਲੀ ਪੌੜੀ 'ਚ ਕਹਿੰਦੇ ਨੇ ਕਿ ਹੁਕਮ ਦੀ ਰਜ਼ਾ ਵਿੱਚ ਚੱਲਣਾ। ਰਜ਼ਾ ਵਿੱਚ ਚੱਲਣ ਦਾ ਮਸਲਾ ਤੇ ਬਾਅਦ ਵਿੱਚ ਪਹਿਲੇ ਹੁਕਮ ਨੂੰ ਸਮਝਣਾ ਪਏਗਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਫਰਮਾਨ ਕਰਦੇ ਨੇ, ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਉਸਨੇ ਹੀ ਪ੍ਰਮਾਤਮਾ ਦੇ ਭੇਦ ਨੂੰ ਪਾ ਲਿਆ। ਕਿਸ ਨੇ? ਜਿਸ ਨੇ ਹੁਕਮ ਨੂੰ ਸਮਝ ਲਿਆ, ਜਿਸ ਨੇ ਹੁਕਮ ਨੂੰ ਜਾਣ ਲਿਆ। तो प्रश्न खड़ा ਹੁੰਦਾ ਹੈ, ਹੁਕਮ ਕੀ ਹੈ? ਵਾਸਤਵਿਕ ਹੁਕਮ ਕੀ ਹੈ? तो दूसरी पौड़ी ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵਿਸਥਾਰ ਨਾਲ ਦੱਸਦੇ ਨੇ ਹੁਕਮ ਦੇ ਵਿੱਚ ਕੀ ਹੋ ਰਿਹਾ, ਉਹਦੀ ਰਜ਼ਾ ਦੇ ਵਿੱਚ ਕੀ ਹੋ ਰਿਹਾ, ਉਹਦੇ ਭਾਣੇ ਦੇ ਵਿੱਚ ਕੀ ਹੋ ਰਿਹਾ। ਹੁਕਮੇ ਹੋਵਨ ਆਕਾਰ, ਹੁਕਮ ਨਾ ਕਿਹਾ ਜਾਏ। ਸਾਰਾ ਆਕਾਰ ਉਸਦੇ ਹੁਕਮ ਵਿੱਚ ਹੈ। ਬਨਸਪਤੀ, ਸੂਰਜ, ਚੰਦ, ਤਾਰੇ, ਸਾਗਰ, ਨਦ, ਨਾਲੇ, ਪਹਾੜ, ਤਰ੍ਹਾਂ ਤਰ੍ਹਾਂ ਦੇ ਪਸ਼ੂ, ਪਕਸ਼ੀ, ਮਨੁੱਖ, ਇਹ ਸਾਰੇ ਆਕਾਰ ਉਸਦੀ ਬਣਾਈ ਹੋਈ ਤਰਤੀਬ ਦੇ 'ਚ ਨੇ, ਉਸਦੇ ਬਣਾਏ ਹੋਏ ਹੁਕਮ ਦੇ 'ਚ ਨੇ। ਇਹਦੇ 'ਚ ਕੋਈ ਮਨੁੱਖ ਵੱਧ ਘਟ ਨਹੀਂ ਕਰ ਸਕਦਾ। ਇਹ ਉਸੇ ਦਾ ਅਗੰਮੀ ਹੁਕਮ ਹੈ। ਜਿੱਥੇ ਸੂਰਜ ਉਸਦੀ ਹੁਕਮ ਨਾਲ ਬਣਿਆ ਤੇ ਚੱਲ ਰਿਹਾ, ਉੱਥੇ ਸਾਡੀ ਕਾਇਆ ਵੀ ਉਸਦੇ ਹੁਕਮ ਨਾਲ ਹੈ। ਜੈਸੇ ਅਸੀਂ ਮਕਾਨ ਬਣਾਉਂਦੇ ਹਾਂ ਤਾਂ ਮਕਾਨ ਤੋਂ ਪੁੱਛਦੇ ਨੇ, ਤੂੰ ਬਣਨਾ ਵੀ ਚਾਹੁੰਦਾ ਹੈ ਕਿ ਨਹੀਂ, ਤੇਰਾ ਰੰਗ ਕੈਸਾ ਕਰੀਏ, ਬਾਰੀਆਂ ਕਿੱਥੇ ਲਾਈਏ, ਦਰਵਾਜ਼ੇ ਕਿੱਥੇ ਲਾਈਏ। ਅਸੀਂ ਐਸਾ ਮਕਾਨ ਤੋਂ ਪੁੱਛਦੇ ਨਹੀਂ। परमात्मा भी साथों नहीं पुछता, तू जमना भी चाहता है कि नहीं, तू मरना भी चाहता है कि नहीं, तेरा रंग कैसा होवे, रूप कैसा होवे, नैन नक्श कैसे होवन। इस सब कुछ दे परमात्मा का अपना ही चुनाव है, साडा चुनाव नहीं है। लिहाजा आकार सारे दा सारा परमात्मा की रजा विच है। ਉਹਦੀ रजा अनुसार ही ਬਣਿਆ, ਉਹਦੀ समझ अनुसार ही ਬਣਿਆ। हुक्मे होवन आकार, हुक्म ना कहा जाए। जितना वड्डा वो आप है, इतना ही उसका हुक्म है। भाव जो कुछ भी उसने बनाया है इतना महान है कि उन्होंने नापना तोलना बड़ा औखा है। इस वास्ते उसकी रजा, उसके हुक्म को भी समझना बहुत कठिन है। की कुछ उसके हुक्म दे हो रहा है और की कुछ उसके हुक्म दे होया है, इनू समझना ते जानना बड़ा औखा है। हुक्म ना कहा जाए, हुक्मे होवन जी, हुक्म मिले वडियाई। ये सारे जीव उसके हुक्म दे आए ने और उसकी बनाई हुई रजा के मुताबिक, हुक्म के मुताबिक। कोई जीव उत्तम ने, महान ने, कोई नीच ने, कोई छोटे ने, कोई वड्डे ने, अलग अलग आकार है। हुक्म के संबंध गुरु नानक देव जी महाराज समझा रहे ने, हुक्मे होवन जी, हुक्म मिले वडियाई। जीव हुक्म अनुसार उत्पन्न होए ने और इन्हों महिमा वडियाई भी उसके हुक्म अनुसार मिलती है। मोर अत्यंत सुंदर है, कौआ कुछ भी नहीं है। गौ भले मानसी दे बहुत अगे है, सूअर निखिद है। शेर बहादुरी दे बहुत अगे है, गिद्दड़ डरपोक है। बनस्पति दे चंदन सिरमौर है, किकर बिल्कुल थले है, निखिद है। इसी तरीके दे नाल मनुखां दे भी कोई उत्तम ने, महान ने, गुणवान ने, कोई थले ने, कोई थले ने। ਉਹਦੀ ਰਜ਼ਾ ਨੂੰ ਸਮਝ ਕੇ, ਉਸਦੇ ਹੁਕਮ ਨੂੰ ਸਮਝ ਕੇ ਤੇ ਮੰਨ ਕੇ ਕੋਈ ਮਹਿਮਾਵਾਨ ਹੋ ਜਾਂਦਾ ਹੈ, ਕੋਈ ਥੱਲੇ ਹੈ। ਹੁਕਮੇ ਹੋਵਨ ਜੀ, ਹੁਕਮ ਮਿਲੇ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਏ।
ਕੋਈ ਉਸ ਦੀ ਬਣਾਈ ਹੋਈ ਮਰਿਆਦਾ ਅਨੁਸਾਰ ਉੱਤਮ ਹੈ, ਕੋਈ ਨੀਚ ਹੈ। ਲਿਖੇ ਹੋਏ ਹੁਕਮ ਦੇ ਮੁਤਾਬਕ ਕੋਈ ਦੁਖੀ ਹੈ, ਕੋਈ ਸੁਖੀ ਹੈ।